Kanchan Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਉੱਚੀ ਪਹਾੜੀ ਦੇ ਉੱਪਰੋਂ ਜੇ ਆਪਾਂ 10 ਗੇਂਦਾਂ ਰੋੜੀਏ ਤੇ ਉੱਪਰੋਂ 10 ਪਗਡੰਡੀਆਂ ਆਉਂਦੀਆਂ ਹੋਣ, ਹਰ ਇੱਕ ਗੇਂਦ ਇੱਕ ਪਗਡੰਡੀ ਫੜ ਲਵੇ ਤੇ ਨੀਚੇ ਨੂੰ ਆਉਂਦੀ ਜਾਵੇ। ਨੀਚੇ ਉਹਨਾਂ 10 ਦੇ ਵਿੱਚੋਂ ਹਰੇਕ ਪਗਡੰਡੀ ਹੋਰ 10 ਪਗਡੰਡੀਆਂ ਦੇ ਵਿੱਚ ਡਿਵਾਈਡ ਹੁੰਦੀ ਹੋਵੇ ਤੇ ਹਰ ਇੱਕ ਪਗਡੰਡੀ ਦੇ ਵਿੱਚ ਆਉਂਦੀ ਹੋਈ ਗੇਂਦ ਉਹਨਾਂ 10 ਚੋਂ ਵੀ ਕੋਈ ਨਾ ਕੋਈ ਪਗਡੰਡੀ ਗਾਹਾਂ ਇਖਤਿਆਰ ਕਰ ਲਵੇ ਤੇ ਸਿਲਸਿਲਾ ਇੱਦਾਂ ਹੀ ਚੱਲਦਾ ਜਾਣਾ। ਕੁਝ ਸਮੇਂ ਬਾਅਦ ਜੇਕਰ ਅਸੀਂ ਚਾਹੀਏ ਕਿ ਜਿਹੜੀ ਗੇਂਦ ਪਗਡੰਡੀ ਨੰਬਰ 1 ਦੇ ਵਿੱਚ ਚੱਲ ਗਈ ਉਹਨੂੰ 10ਵੀਂ 'ਚ ਲੈ ਕੇ ਜਾਣਾ, ਕਿਵੇਂ ਲਿਜਾਵਾਂਗੇ? ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਹੋਵੇਗਾ ਪਹਿਲੀ ਤੇ 10ਵੀਂ ਪਗਡੰਡੀ ਦੇ ਵਿੱਚ, ਕਿਉਂਕਿ ਪਹਾੜੀ ਹੈ, ਉੱਪਰੋਂ ਤਿੱਖੀ ਹੈ, ਨੀਚੇ ਤੱਕ ਆਉਂਦੇ ਆਉਂਦੇ ਚੌੜੀ ਹੁੰਦੀ ਜਾਂਦੀ ਹੈ। ਉੱਪਰ ਜਿਹੜੀਆਂ 10 ਪਗਡੰਡੀਆਂ ਨੇੜੇ ਨੇੜੇ ਸਨ, ਨੀਚੇ ਤੱਕ ਆਉਂਦੇ ਆਉਂਦੇ ਉਹਨਾਂ ਵਿੱਚ ਬਹੁਤ ਜ਼ਿਆਦਾ ਵਿੱਥ ਪੈ ਗਈ ਹੈ। ਮੁਸ਼ਕਿਲ ਕੰਮ ਹੈ ਪਹਿਲੀ ਪਗਡੰਡੀ ਵਾਲੀ ਗੇਂਦ ਨੂੰ 10ਵੀਂ ਪਗਡੰਡੀ ਦੇ ਵਿੱਚ ਪਹੁੰਚਾਉਣਾ। ਧੁਰੋਂ ਲਿਖੇ ਹੋਏ ਕਰਮ ਕੁਝ ਇਸ ਪ੍ਰਕਾਰ ਹੀ ਹਨ। ਜਦੋਂ ਅਸੀਂ ਬੱਚੇ ਹਾਂ, ਸਾਡੇ ਜੀਵਨ ਦੀ ਸ਼ੁਰੂਆਤ ਹੈ, ਤਾਂ ਸਮਝ ਲਵੋ ਕਿ ਅਸੀਂ ਉਸ ਪਹਾੜੀ ਦੇ ਉੱਪਰ ਹਾਂ। 10 ਪਗਡੰਡੀਆਂ ਸਾਡੇ ਕੋਲੇ ਨੇ, ਅਸੀਂ ਕੋਈ ਵੀ ਇੱਕ ਫੜ ਸਕਦੇ ਹਾਂ। ਪਰ ਜਿਹੜੀ ਫੜ ਲਈ, ਸਾਡੇ ਜੀਵਨ ਦੇ ਬਾਕੀ ਦੇ ਜਿਹੜੇ ਵੀ ਪੜਾਅ ਆਉਣੇ ਨੇ ਉਹ ਉਸ ਪਗਡੰਡੀ ਦੇ ਮੁਤਾਬਕ ਹੀ ਆਉਣੇ ਨੇ। ਅਤੇ ਜਿਵੇਂ ਜਿਵੇਂ ਅਸੀਂ ਜੀਵਨ ਦੇ ਵਿੱਚ ਅੱਗੇ ਵੱਧਦੇ ਜਾਂਦੇ ਹਾਂ, ਬਾਕੀ ਦੀਆਂ ਪਗਡੰਡੀਆਂ ਜਿਹੜੀਆਂ ਅਸੀਂ ਬਚਪਨ 'ਚ ਨਹੀਂ ਫੜੀਆਂ ਉਹਨਾਂ ਤੋਂ ਓਨਾ ਹੀ ਦੂਰ ਹੁੰਦੇ ਜਾਂਦੇ ਹਾਂ। ਇੰਝ ਹੀ ਸਾਡੇ ਕਰਮ ਬਣਦੇ ਨੇ। ਸ਼ੁਰੂਆਤ ਵਿੱਚ ਹੀ ਇਹ ਗੱਲ ਇਸ ਲਈ ਕੀਤੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 552ਵੇਂ ਅੰਗ 'ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਕਰਮਾਂ ਦੀ ਗੱਲ ਕਰਦੇ ਨੇ। ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾ ਸਤਿਗੁਰ ਮਿਲਿਆ ਆਏ। ਵਿਸਥਾਰ ਦੇ ਵਿੱਚ ਇਸ ਪੰਕਤੀ ਦੇ ਅਰਥ ਜਾਣਾਂਗੇ। ਆਓ ਸ਼ੁਰੂ ਕਰੀਏ। ਮਹਿਲਾ ਤੀਜਾ। ਮਨ ਮੁਖ ਮਾਇਆ ਮੋਹ ਹੈ, ਨਾਮ ਨ ਲੱਗੋ ਪਿਆਰ। ਕੂੜ ਕਮਾਵੈ ਕੂੜ ਸੰਗ ਰਹੈ, ਕੂੜ ਕਰੇ ਆਹਾਰ। ਮਨਮੁਖ ਦਾ ਮਾਇਆ ਵਿੱਚ ਮੋਹ ਹੈ, ਇਸ ਕਰਕੇ ਨਾਮ ਵਿੱਚ ਉਹਦਾ ਪਿਆਰ ਨਹੀਂ ਬਣਦਾ। ਇੱਕ ਨਾਲ ਹੀ ਪਿਆਰ ਹੋ ਸਕਦਾ ਹੈ। ਬੇਸ਼ੱਕ ਤੁਸੀਂ ਮਾਇਆ ਨਾਲ ਕਰ ਲਵੋ ਅਤੇ ਬੇਸ਼ੱਕ ਤੁਸੀਂ ਨਾਮ ਨਾਲ ਕਰ ਲਵੋ, ਦੋਹਾਂ ਬੇੜੀਆਂ ਦੇ ਵਿੱਚ ਪੈਰ ਨਹੀਂ ਰੱਖੇ ਜਾ ਸਕਦੇ। ਹਾਂ, ਜੇਕਰ ਤੁਸੀਂ ਉਸ ਪਹਾੜੀ ਦੇ ਉੱਪਰੋਂ ਜਾਣੀ ਕਿ ਜੀਵਨ ਦੀ ਸ਼ੁਰੂਆਤ ਦੇ ਵਿੱਚ ਮਾਇਆ ਵਾਲੀ ਪਗਡੰਡੀ ਫੜ ਲਈ ਹੈ ਅਤੇ ਹੁਣ ਜਦੋਂ ਤੁਹਾਡੀ ਉਮਰ 30-35 ਸਾਲ ਦੀ ਹੋ ਗਈ ਹੈ, ਉਸ ਪਹਾੜੀ ਦੇ ਕਿੰਨਾ ਨੀਚੇ ਤੁਸੀਂ ਆ ਗਏ ਹੋ, ਹੁਣ ਮਾਇਆ ਵਾਲੀ ਪਗਡੰਡੀ ਛੱਡ ਕੇ ਨਾਮ ਵਾਲੀ ਪਗਡੰਡੀ ਦੇ ਵਿੱਚ ਜੇਕਰ ਜਾਣਾ ਹੈ, ਐਫਰਟ ਤਾਂ ਲੱਗੂਗਾ। ਉਹ ਕੁਝ ਸਮਾਂ ਹੋਏਗਾ ਜਦੋਂ ਤੁਹਾਡਾ ਮਨ ਕਦੇ ਉੱਧਰ ਕਦੇ ਉੱਧਰ, ਕਦੇ ਮਾਇਆ 'ਚ ਕਦੇ ਨਾਮ 'ਚ, ਕੁਝ ਪਲ ਨਾਮ 'ਚ, ਬਹੁਤਾ ਸਮਾਂ ਮਾਇਆ 'ਚ। ਫਿਰ ਉਹ ਨਾਮ ਦੇ ਵਿੱਚ ਲੱਗਿਆ ਹੋਇਆ ਸਮਾਂ ਵੱਧਦਾ ਜਾਏਗਾ, ਮਾਇਆ ਦੇ ਮੋਹ 'ਚ ਲੱਗਿਆ ਸਮਾਂ ਘਟਦਾ ਜਾਏਗਾ। ਹੌਲੀ ਹੌਲੀ ਪਹੁੰਚ ਜਾਵੋਗੇ ਉਸ ਨਾਮ ਵਾਲੀ ਪਗਡੰਡੀ ਦੇ ਵਿੱਚ। ਸਮਾਂ ਲੱਗੇਗਾ, ਐਫਰਟ ਲੱਗੇਗਾ, ਪਰ ਇੱਕ ਸਮੇਂ 'ਤੇ ਇੱਕ ਨਾਲ ਹੀ ਪਿਆਰ ਹੋ ਸਕਦਾ ਹੈ। ਗੁਰਮੁਖ ਦਾ ਪਿਆਰ ਨਾਮ ਵਿੱਚ ਹੈ, ਮਨਮੁਖ ਦਾ ਪਿਆਰ ਮਾਇਆ ਦੇ ਮੋਹ ਵਿੱਚ ਹੈ। ਕੂੜ ਕਮਾਵੈ ਕੂੜ ਸੰਗ ਰਹੈ, ਕੂੜ ਕਰੇ ਆਹਾਰ। ਜੋ ਮਨਮੁਖ ਹੈ ਮਾਇਆ ਰੂਪ ਕੂੜ ਹੀ ਕਮਾਉਂਦਾ ਹੈ, ਕੂੜ ਇਕੱਠਾ ਕਰਦਾ ਹੈ, ਕੂੜ ਨੂੰ ਹੀ ਆਪਣੀ ਖੁਰਾਕ ਬਣਾਉਂਦਾ ਹੈ। ਬਿਖ ਮਾਇਆ ਧਨ ਸੰਚ ਮਰ ਹੈ, ਅੰਤੇ ਹੋਏ ਸਭ ਸਾਰ। ਕਰਮ ਧਰਮ ਸੁਚ ਸੰਜਮ ਕਰ ਹੈ, ਅੰਤਰ ਲੋਭ ਵਿਕਾਰ। ਮਨ ਦੇ ਅਧੀਨ ਹੋਏ ਮਨੁੱਖ ਵਿਉ ਰੂਪ ਮਾਇਆ ਧਨ ਨੂੰ ਇਕੱਠਾ ਕਰ ਕਰਕੇ ਖਪਦੇ ਮਰਦੇ ਹਨ। ਸਾਰਾ ਧਨ ਅਖੀਰ ਵੇਲੇ ਸੁਆਹ ਵੀ ਹੋ ਜਾਂਦਾ ਹੈ, ਸੁਆਹ ਵਾਂਗ ਵਿਅਰਥ ਹੋ ਜਾਂਦਾ, ਤੁਹਾਡੇ ਅਰਥ ਨਹੀਂ ਆਉਂਦਾ।
ਇਹ ਧਨ ਅੰਤ ਵੇਲੇ ਨਾ ਤੇ ਤੁਹਾਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰ ਪਾਵੇ ਤੇ ਨਾ ਹੀ ਤੁਹਾਡੇ ਜੀਵਨ ਨੂੰ ਲੰਬਾ ਕਰ ਪਾਵੇ। ਕਈ ਵਾਰ ਧਨ ਦੀ ਵਰਤੋਂ ਕਰਕੇ ਤੁਸੀਂ ਜੀਵਨ ਦੇ ਚੰਦ ਦਿਨ ਵਧਾ ਵੀ ਪਾਉਂਦੇ ਹੋ, ਪਰ ਉਹ ਜੀਵਨ ਨਹੀਂ ਹੁੰਦਾ। ਜੀਵਨ ਦਾ ਸਿਰਫ ਭੁਲੇਖਾ ਹੁੰਦਾ। ਤੁਹਾਡੇ ਸਾਹ ਚੱਲਦੇ ਹੁੰਦੇ ਨੇ, ਪਰ ਉਸ ਜੀਵਨ ਦੇ ਵਿੱਚ ਰਸ ਕੋਈ ਨਹੀਂ ਹੁੰਦਾ। ਈਵਨ ਕਿ ਮਾਇਕ ਰਸ ਵੀ ਜੋ ਤੁਸੀਂ ਸਾਰੀ ਉਮਰ ਹੰਢਾਉਂਦੇ ਰਹੇ, ਮਾਇਆ ਨੂੰ ਵਰਤ ਕੇ ਵਧਾਏ ਹੋਏ ਜ਼ਿੰਦਗੀ ਦੇ ਦਿਨਾਂ ਦੇ ਵਿੱਚ ਉਹ ਵੀ ਨਹੀਂ ਹੁੰਦਾ। ਤੁਹਾਡਾ ਸਰੀਰ ਸਾਥ ਨਹੀਂ ਦਿੰਦਾ ਕਿ ਉਹਨਾਂ ਮਾਇਕ ਰਸਾਂ ਨੂੰ ਵੀ ਤੁਸੀਂ ਭੋਗ ਪਾਵੋ। ਇਸੇ ਕਰਕੇ ਬਿਖ ਮਾਇਆ ਧਨ ਸਾਂਚੇ ਮਰਹੈ, ਅੰਤੇ ਹੋਏ ਸਭ ਸ਼ਾਰ। ਅੰਤ ਨੂੰ ਇਹ ਧਨ ਜਿਹੜਾ ਹੈ ਨਾ, ਇਹ ਸਵਾਹ ਹੀ ਬਣ ਜਾਂਦਾ। ਜੋ ਮਨਮੁਖ ਹਨ ਆਪਣੇ ਵੱਲੋਂ ਆਤਮਿਕ ਕੰਮ ਵੀ ਕਰਦੇ ਨੇ, ਕਰਮ ਧਰਮ ਪਵਿੱਤਰਤਾ ਦੇ ਸਾਧਨ ਤੇ ਹੋਰ ਸੰਜਮ ਵੀ ਕਰਦੇ ਨੇ, ਪਰ ਰੌਲਾ ਇਹ ਹੈ ਕਿ ਉਹਨਾਂ ਦੇ ਹਿਰਦੇ ਵਿੱਚ ਲੋਭ ਤੇ ਵਿਕਾਰ ਟਿਕੇ ਰਹਿੰਦੇ ਨੇ। ਨਾਨਕ ਜੇ ਮਨਮੁਖ ਕਮਾਵੈ ਸੋ ਥਾਏ ਨਾ ਪਵੈ, ਦਰਗਹਿ ਹੋਏ ਖੁਆਰ। ਹੇ ਨਾਨਕ, ਮਨ ਦੇ ਅਧੀਨ ਹੋਇਆ ਹੋਇਆ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਪ੍ਰਮਾਤਮਾ ਦੀ ਦਰਗਾਹ 'ਤੇ ਕਬੂਲ ਨਹੀਂ ਹੁੰਦਾ। ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਹ ਖੁਆਰ ਹੁੰਦਾ ਹੈ। ਪੌੜੀ ਆਪੇ ਖਾਣੀ ਆਪੇ ਬਾਣੀ, ਆਪੇ ਖੰਡ ਬਰ ਭੰਡ ਕਰੇ, ਆਪ ਸਮੁੰਦ ਆਪ ਹੈ ਸਾਗਰ, ਆਪੇ ਹੀ ਵਿੱਚ ਰਤਨ ਧਰੇ। ਪ੍ਰਭੂ ਆਪ ਹੀ ਖਾਣੀਆਂ ਬੋਲੀਆਂ ਖੰਡ ਤੇ ਬ੍ਰਹਿਮੰਡ ਬਣਾਉਂਦਾ ਹੈ। ਆਪ ਹੀ ਸਮੁੰਦਰ ਸਾਗਰ ਹੈ ਤੇ ਉਸਨੇ ਆਪ ਹੀ ਇਸ ਵਿੱਚ ਸਿਫਤ ਸਲਾਹ ਰੂਪ ਰਤਨ ਲੁਕਾ ਰੱਖੇ ਹਨ। ਆਪ ਲਹਾਏ ਕਰੇ ਜਿਸ ਕਿਰਪਾ, ਜਿਸਨੋ ਗੁਰਮੁਖ ਕਰੇ ਹਰੇ, ਆਪੇ ਭੌਜਲ ਆਪ ਹੈ ਬੋਹਿਥਾ, ਆਪੇ ਖੇਵਟ ਆਪ ਤਰੇ। ਜਿਸ 'ਤੇ ਉਹ ਪ੍ਰਮਾਤਮਾ ਕਿਰਪਾ ਕਰਦਾ ਹੈ, ਜਿਸ ਨੂੰ ਸਤਿਗੁਰੂ ਦੇ ਸਨਮੁਖ ਕਰਦਾ ਹੈ, ਉਸ ਨੂੰ ਆਪ ਹੀ ਉਹ ਰਤਨ ਲਭਾ ਦਿੰਦਾ ਹੈ। ਪ੍ਰਭੂ ਆਪ ਹੀ ਸੰਸਾਰ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਮਲਾਹ ਹੈ ਤੇ ਆਪ ਹੀ ਤਰਦਾ ਹੈ, ਆਪ ਹੀ ਸਭ ਕੁਝ ਕਰਦਾ ਕਰਾਉਂਦਾ ਹੈ। ਹੇ ਪ੍ਰਭੂ, ਤੇਰੇ ਜਿਹਾ ਦੂਜਾ ਕੋਈ ਨਹੀਂ। ਆਪੇ ਕਰੇ ਕਰਾਏ ਕਰਤਾ, ਅਵਰ ਨਾ ਦੂਜਾ ਤੁਜੈ ਸਰੇ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਨਾਮ ਪਦਾਰਥ ਪਾਈਐ, ਅਚਿੰਤ ਵਸੈ ਮਨ ਆਏ। ਜੇ ਮਨੁੱਖ ਮਨ ਟਿਕਾ ਕੇ ਸਤਿਗੁਰੂ ਦੀ ਦੱਸੀ ਹੋਈ ਕਾਰ ਕਰੇ ਤਾਂ ਉਹ ਸੇਵਾ ਜ਼ਰੂਰ ਫਲ ਦਿੰਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਚਿੱਤ ਲਾ ਕੇ, ਸਿਰਫ ਸਰੀਰ ਦੇ ਨਾਲ ਨਹੀਂ, ਸਤਿਗੁਰੂ ਦੀ ਦੱਸੀ ਸੇਵਾ ਮਨ ਦੇ ਨਾਲ ਵੀ ਕਰਨੀ ਹੈ। ਭਾਵ ਕਿ ਉਹ ਸੇਵਾ ਕਰਦੇ ਹੋਏ ਤੁਹਾਡਾ ਮਨ ਵੀ ਉਸ ਸੇਵਾ ਵਿੱਚ ਹੀ ਲੱਗਿਆ ਹੋਵੇ। ਇਹ ਨਾ ਹੋਵੇ ਕਿ ਸਤਿਗੁਰੂ ਦੀ ਦੱਸੀ ਹੋਈ ਸੇਵਾ ਨੂੰ ਸਰੀਰ ਨਾਲ ਤੇ ਕਰਦੇ ਪਏ ਹੋ, ਪਰ ਮਨ ਕਿਤੇ ਹੋਰ ਤੁਰਿਆ ਫਿਰਦਾ। ਨਾਮ ਪਦਾਰਥ ਪਾਈਐ, ਅਚਿੰਤ ਵਸੈ ਮਨ ਆਏ। ਨਾਮ ਧਨ ਮਿਲ ਜਾਂਦਾ ਜਦੋਂ ਅਸੀਂ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਾਂ। ਮਨ ਚਿੰਤਾ ਤੋਂ ਰਹਿਤ ਹੋ ਜਾਂਦਾ ਹੈ ਤੇ ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿੱਚ ਆ ਵਸਦਾ। ਹਉਮੈ ਮਮਤਾ ਦੂਰ ਹੋ ਜਾਂਦੀ ਹੈ। ਜਨਮ ਮਰਨ ਦੁਖ ਕੱਟੀਐ, ਹਉਮੈ ਮਮਤਾ ਜਾਏ। ਉੱਤਮ ਪਦਵੀ ਪਾਈਐ, ਸੱਚੇ ਰਹੈ ਸਮਾਏ। ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ। ਪ੍ਰਮਾਤਮਾ ਦੀ ਹਜ਼ੂਰੀ ਵਿੱਚ ਵੱਡਾ ਰੁਤਬਾ ਮਿਲਦਾ ਹੈ। ਮਨੁੱਖ ਸੱਚੇ ਹਰੀ ਵਿੱਚ ਸਮਾਇਆ ਰਹਿੰਦਾ ਹੈ। ਕੀ ਕਰਨ ਦੇ ਨਾਲ? ਜਦੋਂ ਉਹ ਸਤਿਗੁਰੂ ਦੀ ਦੱਸੀ ਹੋਈ ਸੇਵਾ ਨੂੰ ਮਨ ਅਤੇ ਤਨ ਦੇ ਨਾਲ ਕਰੇ। ਨਾਨਕ ਪੂਰਬ ਜਿਨ ਕੋ ਲਿਖਿਆ,
ਤਿਨਾ ਸਤਿਗੁਰ ਮਿਲਿਆ ਆਏ। ਪਰ ਸਤਿਗੁਰੂ ਨੂੰ ਲੱਭਣਾ ਕੋਈ ਸੁਖੱਲੀ ਗੱਲ ਨਹੀਂ। ਇਹ ਨਾਨਕ, ਮੁੱਢ ਤੋਂ ਕੀਤੇ ਹੋਏ ਚੰਗੇ ਕੰਮਾਂ ਅਨੁਸਾਰ ਜਿਨ੍ਹਾਂ ਦੇ ਹਿਰਦੇ ਵਿੱਚ ਚੰਗੇ ਸੰਸਕਾਰ ਉਕਰੇ ਹੋਏ ਹਨ, ਉਹਨਾਂ ਨੂੰ ਹੀ ਸਤਿਗੁਰੂ ਆ ਮਿਲਦਾ ਹੈ। ਭਾਵ ਕਿ ਉਹੀ ਸਤਿਗੁਰੂ ਨੂੰ ਪਛਾਣ ਲੈਂਦੇ ਨੇ। ਮੁੱਢ ਕੀ ਹੈ? ਕੁਝ ਹੱਦ ਤੱਕ ਤੇ ਮੁੱਢ ਤੁਹਾਡੇ ਜੀਨ ਹੀ ਹਨ। ਤੁਹਾਡੇ ਮਾਤਾ ਪਿਤਾ ਕਿੰਝ ਦੇ ਹਨ, ਕਿੱਦਾਂ ਦਾ ਉਹਨਾਂ ਦਾ ਸੁਭਾਅ ਹੈ, ਕਿੰਨੇ ਕੁ ਗੁਰਮੁਖ ਜਾਂ ਮਨਮੁਖ ਹਨ, ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਦੇ ਵਿੱਚ ਉਹ ਬਲੂ ਪ੍ਰਿੰਟ ਹੋਏਗਾ। ਪਰ ਉਹ ਬਲੂ ਪ੍ਰਿੰਟ ਹੀ ਸਭ ਕੁਝ ਨਹੀਂ, ਉਹ ਤਾਂ ਇੱਕ ਸਕ੍ਰਿਪਟ ਹੈ। ਇੱਕ ਸਕ੍ਰਿਪਟ ਨੂੰ ਵੱਖ-ਵੱਖ ਐਕਟਰ ਜਿਹੜੇ ਨੇ ਵੱਖ-ਵੱਖ ਢੰਗਾਂ ਦੇ ਨਾਲ ਪੇਸ਼ ਕਰ ਸਕਦੇ ਨੇ। ਡਿਪੈਂਡ ਕਰਦਾ ਕਿ ਉਹਨਾਂ ਦੇ ਅੱਗੇ ਆਡੀਅנס ਕਿੱਦਾਂ ਦੀ ਬੈਠੀ ਹੈ। ਮਨੁੱਖ ਦੇ ਲਈ ਆਡੀਅנס ਹੈ ਉਹਦਾ ਵਾਤਾਵਰਨ। ਜੇ ਤੁਹਾਡੇ ਮਾਤਾ ਪਿਤਾ ਮਨਮੁਖ ਨੇ, ਜ਼ਰੂਰ ਤੁਹਾਡੀ ਜੈਨੇਟਿਕ ਸਕ੍ਰਿਪਟ ਜਿਹੜੀ ਆ ਮਨਮੁਖਤਾ ਵਾਲੀ ਹੋਏਗੀ। ਫਿਰ ਤੁਸੀਂ ਪੈਦਾ ਹੋ ਗਏ, ਜੇ ਉਹ ਹਾਲੇ ਵੀ ਮਨਮੁਖ ਨੇ ਤਾਂ ਘਰ ਦੇ ਵਿੱਚ ਮਾਹੌਲ ਹੀ ਮਨਮੁਖਤਾ ਵਾਲਾ ਹੋਏਗਾ, ਤੁਹਾਡਾ ਵਾਤਾਵਰਨ ਹੀ ਮਨਮੁਖਤਾ ਵਾਲਾ ਹੋਏਗਾ। ਜਦੋਂ ਤੁਸੀਂ ਪਹਾੜੀ ਦੇ ਉਸ ਸਿਖਰ 'ਤੇ ਹੋ, ਤੁਹਾਡੇ ਜੀਵਨ ਦੀ ਜਦੋਂ ਸ਼ੁਰੂਆਤ 'ਤੇ ਹੋ, ਜਦੋਂ ਮਨਮੁਖਤਾ ਵਾਲਾ ਮਾਹੌਲ ਹੀ ਮਿਲਿਆ, ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਵੀ ਮਨਮੁਖਤਾ ਵਾਲੀ ਸੀ, ਤਾਂ ਤੁਸੀਂ ਉੱਥੋਂ ਗੁਰਮੁਖਤਾ ਵਾਲੀ ਪਗਡੰਡੀ ਕਿਵੇਂ ਫੜ ਲਵੋਗੇ? ਮਨਮੁਖਤਾ ਵਾਲੀ ਹੀ ਫੜੋਗੇ। ਉੱਥੋਂ ਹੀ ਤੁਹਾਡਾ ਮੁੱਢ ਵੱਜ ਜਾਂਦਾ। ਹੁਣ ਅੱਗੇ ਜਿਵੇਂ ਜਿਵੇਂ ਚੱਲਦੇ ਜਾਓਗੇ, ਤੁਹਾਨੂੰ ਉਹ ਚੀਜ਼ਾਂ ਹੀ ਮਿਲਣਗੀਆਂ ਰਸਤੇ ਦੇ ਵਿੱਚ, ਉਹ ਅਨੁਭਵ ਹੀ ਮਿਲਣਗੇ ਜਿਹੜੇ ਮਨਮੁਖਤਾ ਵਾਲੀ ਪਗਡੰਡੀ ਵਾਲੇ ਹੋਣਗੇ। ਗੁਰਮੁਖਤਾ ਵਾਲੀ ਪਗਡੰਡੀ ਤੇ ਦੂਰ ਰਹਿ ਗਈ ਹੋਏਗੀ, ਤੇ ਤੁਹਾਡਾ ਜੀਵਨ ਫਿਰ ਉਸੇ ਹੀ ਦਿਸ਼ਾ ਦੇ ਵਿੱਚ ਅੱਗੇ ਵੱਧਦਾ ਜਾਏਗਾ। ਜਿੰਨੀ ਉਮਰ ਹੁੰਦੀ ਜਾਏਗੀ ਗੁਰਮੁਖਤਾ ਦੀ ਪਗਡੰਡੀ ਤੋਂ, ਉਨੀ ਹੀ ਵਿੱਥ ਪੈਂਦੀ ਜਾਏਗੀ। ਤੇ ਇਸੇ ਕਰਕੇ ਹੀ ਸਤਿਗੁਰੂ ਨੂੰ ਲੱਭਣਾ ਮਨਮੁਖਾਂ ਦੇ ਲਈ ਸੁਖੱਲੀ ਗੱਲ ਨਹੀਂ ਹੈ। ਤੇ ਜਿਹੜਾ ਜੀਵਨ ਦੀ ਸ਼ੁਰੂਆਤ ਤੋਂ ਹੀ ਗੁਰਮੁਖਤਾ ਵਾਲੇ ਪਾਸੇ ਨੂੰ ਪੈ ਗਿਆ, ਉਸ ਪਗਡੰਡੀ ਤੇ ਪੈ ਗਿਆ, ਉਹਨੂੰ ਤੇ ਸਮਝ ਲਓ ਸ਼ੁਰੂ ਤੋਂ ਹੀ ਸਤਿਗੁਰੂ ਮਿਲਿਆ ਹੋਇਆ ਹੈ। ਉਹਦੇ ਲਈ ਸਤਿਗੁਰੂ ਨੂੰ ਪਛਾਣਨਾ ਵੀ ਸੌਖਾ ਹੋਏਗਾ। ਉਹਦੇ ਕੰਮ, ਉਹਦੇ ਕਰਮ, ਉਹਦੇ ਸੰਸਕਾਰ ਸ਼ੁਰੂ ਤੋਂ ਹੀ ਚੰਗੇ ਹੋਵਣ। ਮਹਿਲਾ ਤੀਜਾ। ਨਾਮ ਰਤਾ ਸਤਿਗੁਰੂ ਹੈ, ਕਲ ਜੁਗ ਬੋਹਥ ਹੋਏ। ਗੁਰਮੁਖ ਹੋਵੈ ਸੋ ਪਾਰ ਪਵੈ, ਜਿਨ੍ਹਾਂ ਅੰਦਰ ਸੱਚਾ ਸੋਏ। ਸਤਿਗੁਰੂ ਪ੍ਰਭੂ ਦੇ ਨਾਮ ਵਿੱਚ ਭਿੱਜਾ ਹੋਇਆ ਹੁੰਦਾ ਹੈ, ਤੇ ਕਲਯੁਗ ਦੇ ਜੀਵਾਂ ਨੂੰ ਤਾਰਨ ਦੇ ਲਈ ਸਤਿਗੁਰੂ ਜਹਾਜ਼ ਬਣਦਾ ਹੈ। ਗੁਰਮੁਖ ਹੋਵੈ ਸੋ ਪਾਰ ਪਵੈ, ਪਰ ਉਸ ਜਹਾਜ਼ ਦੇ ਵਿੱਚ ਚੜ੍ਹੇਗਾ ਉਹ ਜੋ ਗੁਰਮੁਖ ਹੋਵੇਗਾ, ਜਿਹਦੀ ਗੁਰਮੁਖਤਾ ਦੇ ਨਾਲ ਲਿਵ ਲੱਗੀ ਹੋਏਗੀ, ਜਿਨਨੇ ਜੀਵਨ ਦੀ ਸ਼ੁਰੂਆਤ ਤੋਂ ਗੁਰਮੁਖਤਾ ਦੀ ਪਗਡੰਡੀ ਫੜੀ ਹੋਏਗੀ। ਕਈ ਵਾਰ ਅਜਿਹਾ ਵੀ ਹੁੰਦਾ ਹੈ, ਪਰਮਾਤਮਾ ਹਿਰਦੇ ਪਰਿਵਰਤਨ ਕਰਦਾ ਹੈ। ਤੁਸੀਂ ਮਨਮੁਖਤਾ ਦੀ ਪਗਡੰਡੀ 'ਤੇ ਬਹੁਤ ਦੂਰ ਚੱਲ ਗਏ ਹੋ, ਉਹ ਪਰਮਾਤਮਾ ਤੇ ਸਰਵ ਸ਼ਕਤੀਮਾਨ ਹੈ। ਖੁਦ ਐਫਰਟ ਕਰਕੇ ਤੁਸੀਂ ਜੇ ਉੱਥੋਂ ਗੁਰਮੁਖਤਾ ਵੱਲ ਨੂੰ ਆਉਣਾ ਹੋਏਗਾ, ਬੜਾ ਕਠਿਨ ਰਸਤਾ ਹੋਏਗਾ, ਪਰ ਪਰਮਾਤਮਾ ਦਾ ਕੀ ਹੈ? ਉਹਦੇ ਕੋਲ ਤੇ ਇੰਨੀ ਤਾਕਤ ਹੈ, ਤੁਹਾਨੂੰ ਇੱਕਦਮ ਹੀ ਚੱਕ ਕੇ ਤੇ ਗੁਰਮੁਖਤਾ ਵਾਲੀ ਪਗਡੰਡੀ ਦੇ ਵਿੱਚ ਸੁੱਟ ਦੇਵੇਗਾ। ਤੇ ਅਜਿਹਾ ਹੁੰਦਾ ਹੈ, ਬੜੇ ਲੋਕ ਨੇ ਆਪਣੇ ਜੀਵਨ ਦਾ ਕਿੰਨਾ ਹੀ ਸਮਾਂ ਮਨਮੁਖ ਹੋ ਕੇ ਗੁਜ਼ਾਰ ਦਿੰਦੇ ਨੇ, ਪਰ ਫਿਰ ਕਿਤੇ ਇੱਕ ਵੇਲਾ ਆਉਂਦਾ ਉਹਨਾਂ ਨੂੰ, ਕਦੇ ਕੋਈ ਜੀਵਨ ਦੇ ਵਿੱਚ ਕੋਈ ਇਨਸਾਨ ਮਿਲ ਗਿਆ, ਕਿਸੇ ਦੀ ਕਈ ਗੱਲ ਉਹਨਾਂ 'ਤੇ ਇੰਨਾ ਕੁ ਅਸਰ ਕਰ ਗਈ ਕਿ ਇੱਕਦਮ ਹੀ ਉਹ ਗੁਰਮੁਖਤਾ ਵੱਲ ਨੂੰ ਹੋ ਜਾਂਦੇ ਨੇ। ਇਹ ਹੀਲੇ ਵਸੀਲੇ ਬਣਾਉਣ ਵਾਲਾ ਪਰਮਾਤਮਾ ਹੈ। ਪਰਮਾਤਮਾ ਨੇ ਸਤਿਗੁਰੂ ਰੂਪ ਜਹਾਜ਼ ਸਾਨੂੰ ਬਖਸ਼ਿਆ ਹੈ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਲਈ। ਜਿਨ੍ਹਾਂ ਦੇ ਅੰਦਰ ਗੁਰਮੁਖਤਾ ਹੋਏਗੀ, ਇਸ ਜਹਾਜ਼ ਦੇ ਵਿੱਚ ਬੈਠ ਜਾਣਗੇ। ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਪ੍ਰਤੀ ਲਿਵ ਲੱਗੀ ਹੋਏਗੀ, ਉਹ ਇਸ ਜਹਾਜ਼ ਦੇ ਵਿੱਚ ਬੈਠ ਜਾਣਗੇ। ਗੁਰਮੁਖ ਹੋਵੈ ਸੋ ਪਾਰ ਪਵੈ, ਜਿਨ੍ਹਾਂ ਅੰਦਰ ਸੱਚਾ ਸੋਏ। ਅੱਗੇ ਸਤਿਗੁਰੂ ਦੀ ਗੱਲ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ, ਨਾਮ ਸਮਾਲੇ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਨਾਨਕ ਸਤਿਗੁਰ ਪਾਇਆ, ਕਰਮ ਪ੍ਰਾਪਤ ਹੋਏ।
ਜੋ ਸਤਿਗੁਰੂ ਹੈ ਉਹ ਨਾਮ ਨੂੰ ਸਾਂਭਦਾ ਹੈ, ਨਾਮ ਧਨ ਇਕੱਠਾ ਕਰਦਾ ਹੈ ਤੇ ਇਸ ਤਰ੍ਹਾਂ ਹਰੀ ਦੀ ਦਰਗਾਹ ਵਿੱਚ ਆਦਰ ਵੀ ਪ੍ਰਾਪਤ ਕਰਦਾ ਹੈ। ਹੇ ਨਾਨਕ, ਸਤਿਗੁਰੂ ਨੂੰ ਮਿਲ ਕੇ ਪ੍ਰਭੂ ਦੀ ਮਿਹਰ ਨਾਲ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਦੀ ਬਖਸ਼ਿਸ਼ ਦੇ ਪਾਤਰ ਬਣਿਆ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪੌੜੀ ਆਪੇ ਪਾਰਸ ਆਪ ਧਾਤ ਹੈ, ਆਪ ਕੀ ਤੋਨ ਕੰਚਨ, ਆਪੇ ਠਾਕੁਰ ਸੇਵਕ ਆਪੇ, ਆਪੇ ਹੀ ਪਾਪ ਖੰਡਨ। ਪ੍ਰਭੂ ਸੁਆਮੀ ਆਪ ਹੀ ਪਾਰਸ ਹੈ, ਆਪ ਹੀ ਲੋਹਾ ਹੈ ਤੇ ਉਸਨੇ ਆਪ ਹੀ ਇਸ ਲੋਹੇ ਤੋਂ ਸੋਨਾ ਬਣਾਇਆ ਹੈ। ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ ਤੇ ਆਪ ਹੀ ਪਾਪ ਦੂਰ ਕਰਨ ਵਾਲਾ ਹੈ। ਆਪੇ ਸਭ ਘਟ ਭੋਗਵੈ ਸੁਆਮੀ, ਆਪੇ ਹੀ ਸਭ ਅੰਜਨ, ਆਪ ਵਿਵੇਕ ਆਪ ਸਭ ਬੇਤਾ, ਆਪੇ ਗੁਰਮੁਖ ਭੰਜਨ। ਸਾਰੇ ਸਰੀਰਾਂ ਵਿੱਚ ਆਪ ਹੀ ਵਿਆਪਕ ਹੋ ਕੇ ਮਾਇਕ ਪਦਾਰਥ ਭੋਗਦਾ ਹੈ। ਸਾਰੀ ਮਾਇਆ ਵੀ ਆਪ ਹੀ ਹੈ, ਆਪ ਹੀ ਵਿਵੇਕ ਹੈ ਭਾਵ ਕਿ ਗਿਆਨ ਹੈ, ਆਪ ਹੀ ਬੇਤਾ ਹੈ ਜਾਣੀ ਕਿ ਇਸ ਗਿਆਨ ਨੂੰ, ਇਸ ਵਿਵੇਕ ਨੂੰ ਜਾਣਨ ਵਾਲਾ ਹੈ। ਆਪ ਹੀ ਸਤਿਗੁਰੂ ਦੇ ਸਨਮੁਖ ਹੋ ਕੇ ਮਾਇਆ ਦੇ ਬੰਧਨ ਤੋੜਨ ਵਾਲਾ ਹੈ। ਜਨ ਨਾਨਕ ਸਲਾਹ ਨ ਰਜੈ, ਤੁਧ ਕਰਤੇ ਤੂੰ ਹਰ ਸੁਖ ਦਾਤਾ ਵੱਡਣ। ਹੇ ਕਰਤਾਰ, ਦਾਸ ਨਾਨਕ ਤੇਰੀ ਸਿਫਤ ਸਲਾਹ ਕਰਕੇ ਰੱਜਦਾ ਨਹੀਂ, ਤੂੰ ਸਭ ਤੋਂ ਵੱਡਾ ਸੁਖ ਦਾ ਦਾਤਾ ਹੈ। ਸ਼ਲੋਕ ਮਹਿਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਸਤਿਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾਂ ਜਿਤਨੇ ਕੰਮ ਜੀਵ ਕਰਦੇ ਹਨ ਉਹ ਉਹਨਾਂ ਲਈ ਬੰਧਨ ਬਣਦੇ ਹਨ। ਭਾਵ ਉਹ ਕਰਮ ਹੋਰ ਵਧੇਕ ਮਾਇਆ ਦੇ ਮੋਹ ਵਿੱਚ ਫਸਾਉਂਦੇ ਹਨ। ਸਤਿਗੁਰੂ ਦੀ ਸੇਵਾ ਤੋਂ ਬਿਨਾਂ ਕੋਈ ਹੋਰ ਆਸਰਾ ਜੀਵਾਂ ਨੂੰ ਮਿਲਦਾ ਨਹੀਂ ਤੇ ਇਸ ਕਰਕੇ ਉਹ ਜੰਮਦੇ ਮਰਦੇ ਰਹਿੰਦੇ ਹਨ। ਮਾਇਕ ਸੰਸਾਰ ਦੇ ਵਿੱਚ ਵਿਚਰਨਾ ਇੱਕ ਚੱਕੀ ਨੂੰ ਪੀਸਣ ਵਾਂਗ ਹੈ ਤੇ ਉਹ ਚੱਕੀ ਵੀ ਇੰਝ ਦੀ ਹੈ ਕਿ ਪੀਸੀ ਚੱਲੋਗੇ ਤੇ ਖੁਸ਼ ਰਹੋਗੇ, ਪਰ ਉਹਨੂੰ ਪੀਸਣਾ ਸੌਖਾ ਵੀ ਨਹੀਂ। ਸੋ ਉਹ ਜਿਹੜੀ ਔਖਿਆਈ ਹੈ ਉਹ ਤੁਹਾਨੂੰ ਦੁਖੀ ਵੀ ਨਾਲ ਨਾਲ ਕਰਦੀ ਰਹੇਗੀ ਤੇ ਇਸ ਦੁੱਖ ਤੇ ਸੁੱਖ, ਦੁੱਖ ਤੇ ਸੁੱਖ ਦੇ ਵਿੱਚ ਗੋਤੇ ਖਾਂਦੇ ਰਹੋਗੇ। ਤੇ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਐਸੀ ਹੈ ਜੋ ਤੁਹਾਨੂੰ ਸਥਿਰ ਕਰਦੀ ਹੈ, ਦੁੱਖ ਸੁੱਖ ਦੇ ਚੱਕਰ 'ਚੋਂ ਤੁਹਾਨੂੰ ਬਾਹਰ ਕੱਢਦੀ ਹੈ, ਇੱਕ ਸਥਾਈ ਆਨੰਦ ਤੁਹਾਨੂੰ ਦਿੰਦੀ ਹੈ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬਧੇ ਮਾਰੀਐ, ਮੂੰਹੇ ਕਾਲੈ ਉੱਠ ਜਾਹੇ। ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਫਿੱਕੇ ਬੋਲ ਬੋਲਦਾ ਹੈ, ਇਸ ਦੇ ਹਿਰਦੇ ਵਿੱਚ ਨਾਮ ਨਹੀਂ ਵਸਦਾ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਹੇ ਨਾਨਕ, ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜੀਵ ਮਾਨੋ ਜਮਪੁਰੀ ਵਿੱਚ ਬੱਧੇ ਮਾਰੀਦੇ ਹਨ ਤੇ ਤੁਰਨ ਵੇਲੇ ਜੱਗ ਤੋਂ ਮੁਖਾਲਖ ਖੱਟ ਕੇ ਜਾਂਦੇ ਹਨ। ਮਹਿਲਾ ਤੀਜਾ। ਇਕ ਸਤਿਗੁਰ ਕੀ ਸੇਵਾ ਕਰ ਹੈ ਚਾਕਰੀ, ਹਰ ਨਾਮੇ ਲੱਗੈ ਪਿਆਰ। ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਧਾਰ। ਕਈ ਮਨੁੱਖ ਸਤਿਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਕਰਦੇ ਹਨ ਤੇ ਉਹਨਾਂ ਦਾ ਪ੍ਰਭੂ ਦੇ ਨਾਮ ਵਿੱਚ ਪਿਆਰ ਬਣ ਜਾਂਦਾ ਹੈ। ਹੇ ਨਾਨਕ, ਉਹ ਆਪਣਾ ਮਨੁੱਖਾ ਜਨਮ ਸਵਾਰ ਲੈਂਦੇ ਹਨ ਤੇ ਆਪਣੀ ਕੁਲ ਵੀ ਤਾਰ ਲੈਂਦੇ ਹਨ। ਪੌੜੀ। ਆਪੇ ਚਾਟ ਛਾਲ ਆਪ ਹੈ ਪਾਂਦਾ,
ਆਪੇ ਚਾਟੜੇ ਪੜਨ ਕੋ ਆਣੇ। ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ। ਪ੍ਰਭੂ ਆਪ ਹੀ ਪਾਠਸ਼ਾਲਾ ਹੈ, ਆਪ ਹੀ ਉਸ ਪਾਠਸ਼ਾਲਾ ਦੇ ਵਿੱਚ ਪੜ੍ਹਾਉਣ ਵਾਲਾ ਉਸਤਾਦ ਹੈ। ਆਪ ਹੀ ਮੁੰਡੇ ਪੜ੍ਹਨ ਨੂੰ ਲਿਆਉਂਦਾ ਹੈ, ਆਪ ਹੀ ਮਾਂ ਪਿਓ ਹੈ ਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ। ਇੱਕ ਥੈਂ ਪੜ੍ਹ ਬੁੱਝੈ ਸਭ ਆਪੇ, ਇੱਕ ਥੈਂ ਆਪੇ ਕਰੇ ਇਆਣੇ। ਇੱਕ ਨਾ ਅੰਦਰ ਮਹਿਲ ਬੁਲਾਏ, ਜਾਂ ਆਪ ਤੇਰਾ ਮਨ ਸੱਚੇ ਭਾਣੇ। ਇੱਕ ਥਾਂ ਸਭ ਕੁਝ ਪੜ੍ਹ ਕੇ ਆਪ ਹੀ ਸਮਝਦਾ ਹੈ ਤੇ ਇੱਕ ਥਾਂ ਆਪ ਹੀ ਬਾਲਕਾਂ ਨੂੰ ਇਆਣੇ ਕਰ ਦਿੰਦਾ ਹੈ। ਹੇ ਸੱਚੇ ਹਰੀ, ਜਦੋਂ ਆਪ ਤੇਰੇ ਮਨ ਵਿੱਚ ਚੰਗੇ ਲੱਗਦੇ ਹਨ ਤਾਂ ਤੂੰ ਇਹਨਾਂ ਨੂੰ ਆਪਣੇ ਮਹਿਲ ਵਿੱਚ ਧੁਰ ਅੰਦਰ ਬੁਲਾ ਲੈਂਦਾ ਹੈ। ਜਿਨ੍ਹਾਂ ਦੇ ਉੱਪਰ ਪ੍ਰਭੂ ਕਿਰਪਾ ਕਰਦਾ ਹੈ ਉਹਨਾਂ ਨੂੰ ਸਿਆਣੇ ਬਣਾਉਂਦਾ ਹੈ। ਧੁਰ ਆਪਣੇ ਮਹਿਲ ਦੇ ਅੰਦਰ ਬੁਲਾ ਲੈਂਦਾ ਹੈ, ਆਪਣੇ ਨਾਲ ਲਿਵ ਜੋੜ ਲੈਂਦਾ ਹੈ। ਜਿਨ੍ਹਾਂ 'ਤੇ ਮਿਹਰ ਨਹੀਂ ਕਰਦਾ ਉਹਨਾਂ ਨੂੰ ਇਆਣੇ ਅਣਜਾਣ ਬਣਾ ਦਿੰਦਾ ਹੈ। ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਹ ਜਾਣੇ। ਜਿਨ੍ਹਾਂ ਗੁਰਮੁਖਾਂ ਨੂੰ ਆਪ ਉਹ ਪ੍ਰਭੂ ਆਦਰ ਦਿੰਦਾ ਹੈ, ਉਹ ਸੱਚੀ ਦਰਗਾਹ ਵਿੱਚ ਪ੍ਰਗਟ ਹੋ ਜਾਂਦੇ ਹਨ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 552ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਅੰਗ ਦੀ ਗੁਰਬਾਣੀ ਦੇ ਰਾਹੀਂ ਅਸੀਂ ਕਰਮਾਂ ਦੇ ਬਾਰੇ 'ਚ, ਧੁਰੋਂ ਲਿਖੇ ਕਰਮਾਂ ਦੇ ਬਾਰੇ 'ਚ ਅਤੇ ਉਹਨਾਂ ਕਰਮਾਂ ਦੇ ਅਸਰ ਦੇ ਬਾਰੇ 'ਚ ਜਾਣਿਆ। ਉਮੀਦ ਕਰਦੇ ਹਾਂ ਕਿ ਪਹਾੜੀ ਵਾਲੀ ਉਦਾਹਰਣ ਤੁਹਾਨੂੰ ਸਮਝ ਦੇ ਵਿੱਚ ਆਈ ਹੋਵੇਗੀ। ਉਹਦੇ ਆਧਾਰ 'ਤੇ ਕਰਮਾਂ ਦੀ ਗੱਲ ਤੁਸੀਂ ਜ਼ਰੂਰ ਸਮਝੇ ਹੋਵੋਗੇ। ਅਤੇ ਸਭ ਤੋਂ ਵੱਡਾ ਜੇ ਇੱਥੋਂ ਅਸੀਂ ਕੋਈ ਕਾਰਜ ਆਪਣੇ ਲਈ ਮਿੱਥ ਸਕਦੇ ਹਾਂ ਤਾਂ ਉਹ ਇਹ ਹੈ ਕਿ ਆਪਣੇ ਬੱਚਿਆਂ ਨੂੰ ਗੁਰਮੁਖਤਾ ਵਾਲਾ ਮਾਹੌਲ ਦਈਏ। ਜੇ ਸਾਡੇ 'ਤੇ ਪ੍ਰਭੂ ਦੀ ਹੁਣ ਕਿਰਪਾ ਹੋਈ ਹੈ ਕਿ ਅਸੀਂ ਗੁਰਮੁਖਤਾ ਵਾਲੇ ਪਾਸੇ ਲੱਗ ਗਏ ਹਾਂ ਤਾਂ ਬੜਾ ਚੰਗਾ ਹੋਵੇਗਾ ਜੇ ਬੱਚਿਆਂ ਨੂੰ ਅਸੀਂ ਸ਼ੁਰੂ ਤੋਂ ਹੀ ਗੁਰਮੁਖਤਾ ਵਾਲੀ ਪਗਡੰਡੀ ਦੇ ਵਿੱਚ ਪਾ ਦਈਏ। ਉਹਨਾਂ ਦਾ ਜੀਵਨ ਆਸਾਨ ਹੋਏਗਾ, ਮਾਇਕ ਬੰਧਨਾਂ ਤੋਂ ਆਜ਼ਾਦ ਰਹਿਣਗੇ, ਚਿੰਤਾ ਮੁਕਤ ਰਹਿਣਗੇ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।